ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸੰਤ ਅਤਰ ਸਿੰਘ ਜੀ ਮਹਾਰਾਜ ਹਜੂਰ ਸਾਹਿਬ ਪੁੱਜਣਾ, ਨਗੀਨਾ ਘਾਟ, ਬੰਦਾ ਘਾਟ, ਗੌਤਮ ਘਾਟ, ਹੀਰਾ ਘਾਟ ਤੇ ਸ਼ਿਕਾਰ ਘਾਟ ਪਰ ਘੋਰ ਤਪੱਸਿਆ ਕਰਨੀ। ਭਾਈ ਜੋਧ ਸਿੰਘ ਜੀ ਨੇ ਜੁਗਤ ਦੱਸ ਕੇ ਸੰਤ ਜੀ ਦੀ ਅੰਦਰਲੀ ਜੋਤ ਜਗਾ ਦਿੱਤੀ ਸੀ। ਮਨ 'ਚ ਵੈਰਾਗ ਵੱਧ ਗਿਆ ਸੀ। ਪਿਤਾ ਜੀ ਦੇ ਸਵਰਗਵਾਸ ਦੀ ਖਬਰ ਨੇ ਹੋਰ ਠੋਕਰ ਮਾਰੀ ਕਿ ਇਹ ਜੱਗ ਚਲਣੀ ਸਰਾਂ ਹੈ। ਸਰੀਰ ਦਾ ਕੋਈ ਵੀ ਭਰੋਸਾ ਨਹੀਂ। ਇਸ ਜਨਮ ਨੂੰ ਜਿੰਨੀ ਜਲਦੀ ਸਵਾਰ ਲਿਆ ਜਾਵੇ ਉਤਨਾ ਹੀ ਚੰਗਾ ਹੈ। ਮਾਨਸ ਜਨਮ ਦੁਰਲਭ ਹੈ, ਜਗ ਮੈਂ ਖਟਿਆ ਆਏ, ਪੂਰੇ ਭਾਗ ਸਤਿਗੁਰ ਮਿਲੇ, ਹਰ ਨਾਮ ਧਿਆਏ। ਗੁਰੂ ਕਲਗੀਧਰ ਜੀ ਮਹਾਰਾਜ ਦੇ ਦਰਸ਼ਨਾਂ ਦੀ ਖਿੱਚ ਪੈ ਚੁੱਕੀ ਸੀ, ਸੋ ਆਪ ਡੇਰਾ ਗਾਜੀ ਖਾਨ ਤੋਂ ਸਿੱਧਾ ਹਜੂਰ ਸਾਹਿਬ ਦੀ ਯਾਤਰਾ ਲਈ ਟੁਰ ਪਏ। ਇੱਕ ਪੈਰ ਚੁੱਕਣ ਪਰ ਵਾਹੇ ਤੇ ਦੂਜਾ ਪੈਰ ਚੁੱਕਣ ਪਰ ਗੁਰੂ ਆਖਦੇ ਤੇ ਸਾਰਾ ਦਿਨ ਟੁਰੇ ਚਲੇ ਜਾਂਦੇ। ਥੱਕ ਜਾਣ ਪਰ ਦੁਪਹਿਰ ਵੀ ਥੋੜਾ ਆਰਾਮ ਕਰ ਲੈਂਦੇ, ਰਾਤ ਨੂੰ ਕਿਸੇ ਧਰਮਸ਼ਾਲਾ ਆਦਿਕ ਵਿੱਚ ਥੋੜਾ ਆਰਾਮ ਕਰ ਲੈਂਦੇ ਤੇ ਸਵੇਰੇ ਖੂਹ ਟੋਏ ਟਿੱਬੇ ਜਾਂ ਨਦੀ ਕੰਢੇ ਸ਼ੌਚ ਇਸ਼ਨਾਨ ਕਰਕੇ ਨਿਤਨੇਮ ਕਰਕੇ ਟੁਰ ਪੈਂਦੇ। ਜੋ ਮਧੂਕੜੀ ਨਾਲ ਮਿਲਦਾ ਛਕ ਲੈਂਦੇ ਜਾਂ ਰਸਤੇ ਤੇ ਭਾਂਡੇ ਲੈ ਕੇ ਪਕਾ ਕੇ ਛਕ ਲੈਂਦੇ। ਸੋ ਇਸੇ ਤਰ੍ਹਾਂ ਆਪ ਪੈਦਲ ਹੀ ਚਲਦੇ ਚਲੇ ਆਏ। ਵਿਰਾਗ ਠਾਠਾਂ ਮਾਰ ਰਿਹਾ ਸੀ ਤੇ ਗੁਰੂ ਦਰਸ਼ਨ ਦੀ ਖਿੱਚ ਵੱਧ ਰਹੀ ਸੀ। ਆਖਰ ਉਹ ਘੜੀ ਆ ਪੁੱਜੀ। ਦੂਰੋਂ ਹੀ ਗੁਰਦੁਆਰਾ ਸਾਹਿਬ ਦਾ ਸੁਨਹਿਰੀ ਕਲਸ਼ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਏ ਤਾਂ ਆਪ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਤੇ ਉੱਥੋਂ ਹੀ ਨਮਸਕਾਰ ਕੀਤੀ। ਬਲਿਹਾਰ ਬਲਿਹਾਰ ਸੱਚੇ ਪਾਤਸ਼ਾਹ, ਤੇਰੀਆਂ ਕੁਦਰਤਾਂ ਤੋਂ ਪ੍ਰੇਮ ਰਸ ਵਿੱਚ ਚਿਤਰਦੇ ਗੁਰਦੁਆਰਾ ਪੁੱਜੇ। ਦੀਵਾਨ ਸਜਿਆ ਹੋਇਆ ਸੀ। ਚਰਨ ਧੋ ਕੇ ਬਾਹਰਲੀ ਪਰਿਕਰਮਾ ਵਿੱਚ ਹੀ ਮੱਥਾ ਟੇਕਿਆ। ਅੰਦਰਲੀ ਪਰਿਕਰਮਾ ਵਿੱਚ ਇੱਕ ਪਾਸੇ 5 ਬੀੜਾਂ, 3 ਆਦਿ ਤੇ 2 ਦਸਮ ਗ੍ਰੰਥ ਦੀਆਂ ਪ੍ਰਕਾਸ਼ ਸਨ ਤੇ ਦੂਜੇ ਪਾਸੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਸੰਗਤ ਵੀ ਮਾਈ ਭਾਈ ਬੈਠੇ ਰਸ ਮਾਣ ਰਹੇ ਸਨ। ਕੀਰਤਨ ਪਿੱਛੋਂ ਸ਼੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ, ਆਰਤੀ ਹੋਈ, ਬੀੜਾਂ ਸੰਤੋਖੜੀਆਂ ਗਈਆਂ ਤੇ ਗ੍ਰੰਥੀ ਸਿੰਘਾਂ ਨੇ ਪ੍ਰੇਮ ਰਸ ਵਿੱਚ ਸ਼ਬਦ ਪੜ੍ਹਦਿਆਂ ਉਹ ਬੀੜਾਂ ਅੰਦਰ ਪਹੁੰਚਾਉਣ ਲਈ ਦਰਵਾਜ਼ੇ ਨੇੜੇ ਲਿਆਂਦੀਆਂ, ਜਿੱਥੋਂ ਪੁਜਾਰੀ ਜੀ ਨੇ ਵਾਰੀ ਸਤਿਕਾਰ ਨਾਲ ਚੁੱਕ ਕੇ ਅੰਦਰ ਰੱਖੀਆਂ। ਸੰਗਤਾਂ ਪਰਿਕਰਮਾ ਕਰਦੀਆਂ ਸ਼ਬਦ ਪੜ੍ਹ ਰਹੀਆਂ ਸਨ। ਪਰਿਕਰਮਾ ਚੌਂਕੀ ਦੀ ਸਮਾਪਤੀ ਪਿੱਛੋਂ ਕੀਰਤਨ ਸੋਹਲੇ ਦਾ ਪਾਠ ਹੋਇਆ ਤੇ ਬਾਹਰਲੀ ਪ੍ਰਕਾਸ਼ ਹੋਈ, ਬੀੜ ਵੀ ਸੁਖਾਸਨ ਹੋਈ। ਸੰਤ ਜੀ ਨੇ ਵੀ ਮਰਿਆਦਾ ਅਨੁਸਾਰ ਇਹ ਸਤਸੰਗ ਮਾਨਿਆ। ਸੰਤ ਜੀ ਦੀ ਨਿਗਾਹ ਐਨ ਸਾਹਮਣੇ ਪ੍ਰਕਾਸ਼ ਸਥਾਨ ਦੀ ਡਾਟ ਪਰ ਪਈ, ਜਿੱਥੇ ਮੁਸ਼ੱਬਰ ਦੀ ਬਣਾਈ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਸੋਹਣੀ ਤਸਵੀਰ ਸੀ। ਮਾਨੋ ਕਿ ਹੂਬਹੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋ ਰਹੇ ਹਨ। ਅਰਸ਼ੀ ਸੁੰਦਰ ਚਿਹਰਾ, ਨੂਰਾਨੀ ਦਾੜਾ, ਸੋਹਣਾ ਨੱਕ, ਅੰਮ੍ਰਿਤ ਭਰੇ ਮ੍ਰਿਗ ਨੈਣ, ਪ੍ਰਕਾਸ਼ਕ ਕਲਗੀ, ਸਜੀਲ ਦੁਮਾਲਾ, ਫੁਰਤੀਲਾ ਸਡੋਲ ਸਰੀਰ, ਸੀਂਬਤ ਪਤਲੀ ਕਮਰ, ਵੀਰ ਆਸਨ, ਬਾਕੀ ਕਮਾਨ ਅਤੇ ਸ਼ਸਤਰ ਬਸਤਰ ਸਜਾਏ ਹੋਏ ਭਰਿਆ ਬਾਂਕਪਨ ਹਿਰਦੇ ਨੂੰ ਵੇਧ ਰਿਹਾ ਸੀ। ਘੁੱਟ ਕੇ ਪਿਆਰੇ ਪ੍ਰੀਤਮ ਦੇ ਦਰਸ਼ਨਾਂ ਦਾ ਪ੍ਰੇਮ ਰਸ ਲਿਆ। ਲੰਗਰ ਦਾ ਆਵਾਜ਼ਾ ਹੋਇਆ। ਸਭ ਨਾਲ ਸੰਤ ਜੀ ਪ੍ਰਸ਼ਾਦਾ ਛਕ ਕੇ ਪਰਿਕਰਮਾ ਵਿੱਚ ਇੱਕ ਪਾਸੇ ਰਾਤ ਵਾਸਤੇ ਵਿਰਾਜਮਾਨ ਹੋ ਗਏ। ਬਹੁਤ ਤੜਕੇ ਉੱਠ ਕੇ ਗੋਦਾਵਰੀ ਵਿੱਚ ਇਸ਼ਨਾਨ ਕਰਕੇ ਭਜਨ ਵਿੱਚ ਮਗਨ ਹੋ ਗਏ। ਕੀਰਤਨ ਸੁਣਨ ਦਾ ਸਮਾਂ ਹੋ ਜਾਣ ਪਰ ਦਰਬਾਰ ਸਾਹਿਬ ਮੁੜ ਆਏ ਤੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਭੋਗ ਪੈਣ ਪਰ ਅੰਦਰਲਾ ਦਰਵਾਜ਼ਾ ਖੁੱਲ੍ਹਿਆ ਤਾਂ ਵੱਡੇ ਪੁਜਾਰੀ ਜੀ ਸ਼ਸਤਰ ਸਜਾਈ ਬਾਹਰ ਆਏ। ਵਾਰੀ 5 ਬੀੜਾਂ ਵਿੱਚੋਂ ਹੁਕਮ ਸੁਣਾਏ ਗਏ। ਕੜਾਹ ਪ੍ਰਸ਼ਾਦ ਵਰਤਿਆ। ਸੇਵਾਦਾਰ ਨੇ ਆਵਾਜ਼ ਦਿੱਤੀ ਕਿ ਸਭ ਨਵੇਂ ਯਾਤਰੂ ਫੁੱਲ ਪਤਾਸੇ ਲੈ ਕੇ ਦਰਸ਼ਨੀ ਦਰਬਾਰ ਦੇ ਸਾਹਮਣੇ ਪਰਿਕਰਮਾ ਵਿੱਚ ਹਾਜ਼ਰ ਹੋ ਜਾਣ। ਸੰਤ ਜੀ ਤੇ ਹੋਰ ਯਾਤਰੂ ਬੜੇ ਅਦਬ ਨਾਲ ਹੱਥ ਜੋੜ ਕੇ ਬਾਹਰਲੀ ਪਰਿਕਰਮਾ ਵਿੱਚ ਖੜੇ ਹੋ ਗਏ। ਪੁਜਾਰੀ ਸਿੰਘ ਨੇ ਸਭ ਨੂੰ ਪੁੱਛਿਆ ਕਿ ਬੇਅਮ੍ਰਿਤਿਆ ਕੌਣ ਹੈ ਤੇ ਅੰਮ੍ਰਿਤ ਛਕਣ ਪਿੱਛੋਂ ਕਿਸ ਨੇ ਵੱਡੀ ਕੁਰੇਹਤ ਕੀਤੀ ਹੋਈ ਹੈ। ਜੋ ਐਸੇ ਸਨ ਉਹ ਵੱਖਰੇ ਖੜੇ ਕੀਤੇ ਤੇ ਹੁਕਮ ਹੋਇਆ ਕਿ 25 ਰੁਪਏ ਹਰ ਇੱਕ ਨੂੰ ਤਨਖਾਹ ਲਾ ਜਾਂਦੀ ਹੈ, ਅੰਮ੍ਰਿਤ ਛਕ ਲਓ। ਜੋ ਅੰਮ੍ਰਿਤਧਾਰੀ ਤੇ ਕੁਰੇਹਤ ਤੋਂ ਖਾਲੀ ਸਨ ਉਹਨਾਂ ਨੂੰ ਦਰਸ਼ਨ ਕਰਨ ਦੀ ਆਗਿਆ ਮਿਲ ਗਈ। ਸੰਤ ਜੀ ਬੜੇ ਅਦਬ ਨਾਲ ਅੰਦਰ ਦਾਖਲ ਹੋਏ ਤੇ ਪੂਰਨ ਸਤਿਕਾਰ ਭਰੀ ਸ਼ਰਧਾ ਨਾਲ ਮੱਥਾ ਟੇਕਿਆ। ਭਾਈ ਨੈਣ ਸਿੰਘ ਜੀ ਪੁਜਾਰੀ ਸੰਤ ਜੀ ਦਾ ਪ੍ਰੇਮ, ਅਦਬ, ਸ਼ਰਧਾ, ਨਿਮਰਤਾ ਵੇਖ ਕੇ ਖੁਸ਼ ਹੋ ਰਹੇ ਸਨ। ਸਮਾਪਤੀ ਪਿੱਛੋਂ ਸੰਤ ਜੀ ਨੂੰ ਆਪਣੇ ਨਾਲ ਪੁਜਾਰੀ ਬੁੰਗੇ ਵਿੱਚ ਲੈ ਆਏ ਤੇ ਉੱਪਰਲੀ ਛੱਤੇ ਕੁਟੀਆ ਵਿੱਚ ਆਸਨ ਦਿੱਤਾ। ਇਹ ਬੁੰਗਾ ਦਰਬਾਰ ਸਾਹਿਬ ਤੋਂ ਕੋਈ 500 ਕਦਮ ਗੋਦਾਵਰੀ ਵੱਲ ਜਾਂਦਿਆਂ ਖੱਬੇ ਹੱਥ ਹੈ ਤੇ ਇਸ ਦੇ ਸਾਹਮਣੇ ਸੱਜੇ ਹੱਥ ਨਗੀਨਾ ਘਾਟ ਹੈ। ਇਹ ਦੋਵੇਂ ਸਥਾਨ ਇਤਿਹਾਸਿਕ ਹਨ। ਨਗੀਨਾ ਘਾਟ ਵਿੱਚ ਗੁਰੂ ਜੀ ਮਹਾਰਾਜ ਦਾ ਆਸਨ ਸੀ। ਜਦੋਂ ਸੱਚੇ ਪਾਤਸ਼ਾਹ ਅਬਚਲ ਨਗਰ ਰਹੇ ਸਨ, ਇੱਥੋਂ ਆਪ ਜੀ ਨੇ ਕਾਮਲ ਫਕੀਰੀ ਦਾ ਰੰਗ ਮਾਣਿਆ। ਇੱਥੋਂ ਹੀ ਲੱਖੀ ਬੰਜਾਰੇ ਨੇ ਆ ਕੇ ਇੱਕ ਅਮੋਲਕ ਨਗੀਨਾ ਗੁਰੂ ਮਹਾਰਾਜ ਜੀ ਭੇਟਾ ਮੱਥਾ ਟੇਕਿਆ ਸੀ। ਆਪ ਜੀ ਨੇ ਜਦੋਂ ਨੇਤਰ ਖੋਲ੍ਹੇ ਤਾਂ ਉਹ ਨਗੀਨਾ ਵਗ ਰਹੀ ਗੋਦਾਵਰੀ ਵਿੱਚ ਗੀਟੇ ਵਾਂਗੂ ਵਗਾ ਮਾਰਿਆ। ਉਹ ਬੰਜਾਰੇ ਨੇ ਹੈਰਾਨ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਤਾਂ ਬਹੁਤ ਕੀਮਤੀ ਨਗੀਨਾ ਸੀ। ਮਹਾਰਾਜ ਨੇ ਫਰਮਾਇਆ, ਭਾਈ ਜਾ ਕੇ ਆਪਣਾ ਨਗੀਨਾ ਲੱਭ ਲੈ। ਲੱਖੀ ਸ਼ਾਹ ਨੇ ਨਦੀ ਵਿੱਚ ਜਾ ਕੇ ਝਾਤ ਮਾਰੀ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਉੱਥੇ ਉਸ ਤਰ੍ਹਾਂ ਦੇ ਬੇਅੰਤ ਨਗੀਨੇ ਪਏ ਸਨ।
ਇੱਥੇ ਹੀ ਆਪ ਨੂੰ ਇੱਕ ਪਠਾਨ ਨੇ ਖੰਜਰ ਮਾਰਿਆ ਸੀ, ਜਿਸ ਦਾ ਸਿਰ ਆਪ ਨੇ ਤਲਵਾਰ ਦੇ ਇੱਕੋ ਵਾਰ ਨਾਲ ਕੱਟ ਦਿੱਤਾ ਸੀ। ਆਪ ਦੇ ਇਸ ਜ਼ਖਮ ਨੂੰ ਬਾਦਸ਼ਾਹ ਬਹਾਦਰ ਸ਼ਾਹ ਦੇ ਭੇਜੇ ਗਏ ਜ਼ਰਾ ਨੇ ਸੀਤਾ ਸੀ। ਇੱਥੋਂ ਹੀ ਆਪ ਨੇ ਦੱਸਿਆ ਸੀ ਕਿ ਉਹ ਦੂਰ ਥਾਂ ਸਾਡੀ ਹੈ। ਮੁਸਲਮਾਨਾਂ ਨੇ ਕਿਹਾ ਉਹ ਤਾਂ ਮਸੀਤ ਹੈ। ਆਪ ਨੇ ਦੱਸਿਆ ਕਿ ਉਹ ਥਾਂ ਪੁੱਟ ਕੇ ਵਾਹਿਗੁਰੂ ਵਿਰਾਗਨ ਤੇ ਧੂਣੀ ਨਿਕਲ ਗਈ। ਬਹਾਦਰ ਸ਼ਾਹ ਦੇ ਹੁਕਮ ਨਾਲ ਥਾਂ ਪੁੱਟਣ ਪਰ ਨਿਸ਼ਾਨੀਆਂ ਠੀਕ ਨਿਕਲਣ ਪਰ ਥਾਂ ਸਿੱਖਾਂ ਨੂੰ ਦੇ ਦਿੱਤੀ ਗਈ। ਇੱਥੇ ਆਪ ਨੇ ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਆਪਣੇ ਲਈ ਅੰਗੀਠਾ ਤਿਆਰ ਕਰਵਾ ਕੇ ਬਾਹਰ ਕਨਾਤ ਲਗਵਾ ਦਿੱਤੀ। ਹੁਕਮ ਕੀਤਾ ਕਿ ਅੱਗੋਂ ਤੋਂ ਦੇਹਧਾਰੀ ਗੁਰੂ ਨਹੀਂ ਹੋਵੇਗਾ, ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਹੇਗੀ ਤੇ ਖਾਲਸਾ ਪੰਥ ਪੰਜ ਪਿਆਰਿਆਂ ਦੀ ਤਾਬੇ ਰਹਿ ਕੇ ਭਜਨ ਭਰੋਸਾ ਵਧਾਏਗਾ ਤੇ ਹੁਕਮ ਦੀ ਪਾਲਣਾ ਕਰੇਗਾ। ਅਕਾਲ ਪੁਰਖ ਸਦਾ ਹੀ ਸਹਾਈ ਹੋਣਗੇ ਤੇ ਆਪਣੇ ਬਿਰਧ ਬਾਣੀ ਦੀ ਲਾਜ ਰੱਖਣਗੇ। ਸੰਗਤ ਬਾਹਰ ਪਾਠ ਕਰਦੀ ਰਹੀ ਤੇ ਐਵੇਂ ਹੀ ਜਾਪੇ ਕਿ ਅੰਗੀਠਾ ਚਿਤਾ ਜਲ ਰਹੀ ਹੈ। ਪਰ ਇੱਥੋਂ ਹੀ ਕੁਝ ਦੂਰ ਸ਼ਸਤਰ ਬਸਤਰ ਸਜਾਈ ਗੁਰੂ ਮਹਾਰਾਜ ਜੀ ਘੋੜੇ ਪਰ ਸਵਾਰ ਹੋਏ ਜਾਂਦੇ ਨਜ਼ਰੀ ਪਏ। ਨਿਸ਼ਚੇ ਵਾਲੇ ਸਿੱਖ ਬੋਲ ਉੱਠੇ, ਕਵਨ ਕਹਿ ਸ੍ਰੀ ਗੁਰੂ ਮੋਇਓ। ਇਸ ਫਕੀਰੀ ਬੇਪਰਵਾਹੀ ਬਲੀਦਾਨ ਨਿਰਭੈਰਤਾ ਤੇ ਵਿਰਾਗ ਦੀ ਰੰਗਣ ਵਿੱਚ ਰੰਗੇ ਹੋਏ ਘਾਟ ਤੇ ਕਰਤਾਰ ਦੀ ਮਿਹਰ ਨਾਲ ਸੰਤ ਸਿਪਾਹੀ ਨੂੰ ਡੇਰਾ ਮਿਲਿਆ। ਥੋੜ੍ਹੇ ਦਿਨਾਂ ਪਿੱਛੋਂ ਹੀ ਸੰਤ ਜੀ ਨੇ ਸੰਸਾਰੀ ਕੱਪੜੇ ਉਤਾਰ ਦਿੱਤੇ। ਸਿਰ ਤੇ ਖੱਦਰ ਦਾ ਛੋਟਾ ਦਸਤਾਰਾ ਤੇ ਕਛਹਿੜਾ ਅਤੇ ਮੋਢੇ ਤੇ 2 ਹੱਥ ਦਾ ਖੱਦਰ ਦਾ ਪਰਨਾ ਰੱਖ ਲਿਆ। 8 ਪਹਿਰ ਸ਼ਬਦ ਦੇ ਅਭਿਆਸ ਵਿੱਚ ਲੱਗੇ ਰਹਿੰਦੇ। ਪ੍ਰਸ਼ਾਦਾ 8 ਪਹਿਰਾ ਇੱਕੋ ਵਾਰੀ ਛਕਦੇ ਤੇ ਕਿਸੇ ਕਿਸੇ ਦੇ ਨਾਂ ਵੀ ਛਕਦੇ। ਗੋਦਾਵਰੀ ਦਾ ਪਾਣੀ ਛਕ ਕੇ ਹੀ ਪਿਆਰੇ ਦੀ ਯਾਦ ਵਿੱਚ ਸਮਾਂ ਬਿਤਾਉਂਦੇ। ਸਾਰੇ ਹੀ ਸੇਵਕ ਆਪ ਦਾ ਸਤਿਕਾਰ ਕਰਦੇ। ਪਰ ਭਾਈ ਹਜੂਰਾ ਸਿੰਘ ਜੀ ਗ੍ਰੰਥੀ ਅਤੇ ਭਾਈ ਥੰਮਨ ਸਿੰਘ ਜੀ ਰਾਗੀ ਦੋਦਰ ਵਾਲੇ ਆਪ ਜੀ ਨਾਲ ਬਹੁਤ ਪ੍ਰੇਮ ਕਰਦੇ। ਇਸ ਪੁਜਾਰੀ ਬੁੰਗੇ ਸੰਤ ਜੀ 1 ਸਾਲ 7 ਮਹੀਨੇ ਰਹੇ। ਦਿਨ ਨੂੰ ਇੱਕ ਚਬੂਤਰੇ ਤੇ ਬੈਠ ਕੇ ਜਪਜੀ ਸਾਹਿਬ ਜੀ ਦੇ ਪਾਠ ਕਰੀ ਜਾਂਦੇ। ਦਰਿਆ ਵਿੱਚੋਂ ਗੀਟੇ ਗਿਣ ਕੇ ਲੈ ਆਉਂਦੇ ਤੇ ਜਿਉਂ-ਜਿਉਂ ਪਾਠ ਹੁੰਦੇ ਜਾਂਦੇ ਗੀਟੇ ਗੋਦਾਵਰੀ ਵਿੱਚ ਸੁੱਟਦੇ ਜਾਂਦੇ। ਆਪ ਦੇ ਕਹਿਣ ਅਨੁਸਾਰ ਆਪ ਲਈ ਦੁਪਹਿਰ ਦੇ ਸਮੇਂ ਇੱਕ ਵੱਡਾ ਤਹਿਤੋੜ ਪ੍ਰਸ਼ਾਦਾ ਸੇਵਕ ਲੈ ਆਉਂਦਾ। ਉਸ ਦੇ ਉੱਪਰੋਂ ਹੀ ਦਾਲਾਂ ਦਾ ਭਾਜਾ ਰੱਖਿਆ ਹੁੰਦਾ। ਆਪ ਹੱਥ ਦੇ ਲੈ ਕੇ ਛਕ ਲੈਂਦੇ ਤੇ ਗੋਦਾਵਰੀ ਤੋਂ ਬੁੱਕ ਨਾਲ ਪਾਣੀ ਛਕ ਕੇ ਸ਼ੁਕਰ ਕਰਦੇ। ਗੁਰੂ ਮੰਤਰ ਦਾ ਜਾਪ ਸਾਰੀ ਰਾਤ ਗੋਦਾਵਰੀ ਕੰਢੇ ਜੋ ਛੋਟੀ ਗੁਫਾ ਉਸ ਵਿੱਚ ਬੈਠ ਕੇ ਕਰਦੇ ਰਹਿੰਦੇ। ਕਦੀ ਕਦੀ ਬੁੰਗੇ ਉੱਪਰਲੀ ਛੱਤ ਪਰ ਇੱਕ ਛੋਟੀ ਜਿਹੀ ਕੋਠੜੀ ਵਿੱਚ ਜਾ ਬੈਠਦੇ। ਗੁਰੂ ਮੰਤਰ ਦੇ ਮੂਲ ਮੰਤਰ ਤੋਂ ਛੂਟ ਇਸ ਘਾਟ ਦੀ ਕੁਟਿਆ ਵਿੱਚ ਆਪ ਨੇ ਥਿਰ ਕਰ ਬੈਸੇ ਹਰਜਨ ਪਿਆਰੇ ਤੇ ਗੁਰੂ ਤੇ ਗਾਇਤਰੀ ਮੰਤਰ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਕਾਮੇ ਦੀ ਵੀ ਅਟੁੱਟ ਆਰਾਧਨਾ ਕੀਤੀ। ਉਸ ਸਮੇਂ ਆਪ ਜੀ ਕਿਸੇ ਨਾਲ ਗੱਲਬਾਤ ਨਾ ਕਰਦੇ। ਕੋਈ ਬਚਨ ਕਰਦਾ ਤਾਂ ਆਪ ਹੱਥ ਜੋੜ ਦਿੰਦੇ ਪਰ ਚਲੇ ਜਾਂਦੇ। ਅਧੀਨਗੀ ਬਹੁਤ ਸੀ। ਹਰ ਇੱਕ ਸਿੱਖ ਦੀ ਪੈਰੀ ਪੈਂਦੇ ਤੇ ਕੋਈ ਕੌੜਾ ਬਚਨ ਵੀ ਕਰਦਾ ਤਾਂ ਚੁੱਪ ਰਹਿੰਦੇ। ਉਸ ਸਮੇਂ ਦੀਆਂ ਇਹ ਸਾਖੀਆਂ ਸਾਡੇ ਸਾਹਮਣੇ ਸੰਤ ਜੀ ਦੇ ਵਿਰਾਗ ਤਪੱਸਿਆ ਤੇ ਪ੍ਰੇਮ ਦਾ ਨਕਸ਼ਾ ਰੱਖਦੀਆਂ ਹਨ। ਇੱਕ ਦਿਨ ਆਪ ਗੋਦਾਵਰੀ ਦੇ ਕਿਨਾਰੇ ਚੱਲਦੇ ਹੋਏ 3 ਮੀਲ ਨਿਕਲ ਗਏ ਤੇ ਇੱਕ ਇਕਾਂਤ ਥਾਂ ਸਮਝ ਕੇ ਦਰਿਆ ਦੇ ਪਾਣੀ ਵਿੱਚ ਜਿੱਥੇ ਗੋਡੇ ਗੋਡੇ ਪਾਣੀ ਖੜੇ ਹੋ ਕੇ ਤਪ ਕਰਦੇ ਰਹੇ। ਆਹਾਰ ਆਪ ਦਾ ਕੇਵਲ ਗੋਦਾਵਰੀ ਦਾ ਜਲ ਹੀ ਸੀ। 8 ਦਿਨ ਬੀਤ ਗਏ। ਇੱਕ ਰਾਤ ਭਾਈ ਨਾਨੂ ਸਿੰਘ ਜੀ ਪੁਜਾਰੀ ਨੂੰ ਸੁਪਨਾ ਆਇਆ ਕਿ ਗੁਰੂ ਦਾ ਪਿਆਰਾ ਗੋਦਾਵਰੀ ਕਿਨਾਰੇ ਵਿੱਚ ਦਿਨ ਤੋਂ ਤਪ ਕਰ ਰਿਹਾ ਹੈ। ਉਸ ਨੇ 8 ਦਿਨ ਤੋਂ ਅੰਨ ਗ੍ਰਹਿਣ ਨਹੀਂ ਕੀਤਾ। ਤੁਸੀਂ ਉਸ ਨੂੰ ਜਾ ਕੇ ਪ੍ਰਸ਼ਾਦ ਛਕਾਓ। ਦਿਨ ਚੜੇ ਭੋਗ ਪਿੱਛੋਂ ਪੁਜਾਰੀ ਜੀ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਵਾ ਕੇ ਲੈ ਗਏ ਤੇ ਗੋਦਾਵਰੀ ਦੇ ਕੰਢੇ ਕੋਈ 2 ਮੀਲ ਤੱਕ ਢੂੰਡ ਕੇ ਮੁੜ ਆਏ। ਰਾਤ ਨੂੰ ਫਿਰ ਪੁਜਾਰੀ ਜੀ ਨੂੰ ਸੁਪਨਾ ਆਇਆ ਕਿ 1 ਮੀਲ ਹੋਰ ਅੱਗੇ ਜਾਓ ਅਤੇ ਜਾ ਕੇ ਪ੍ਰਸ਼ਾਦਾ ਛਕਾਓ। ਸੋ ਅਗਲੇ ਦਿਨ ਉਹ ਉੱਥੇ ਪੁੱਜੇ ਗਏ ਤਾਂ ਸੰਤ ਜੀ ਨੂੰ ਗੋਡੇ ਗੋਡੇ ਪਾਣੀ ਵਿੱਚ ਖੜੇ ਵੇਖਿਆ। ਨਿਮਰਤਾ ਸਹਿਤ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਪਰ ਸੰਤ ਜੀ ਨੇ ਨਾ ਕਰ ਦਿੱਤੀ ਤੇ ਆਪ ਨੇ 2 ਰਾਤਾਂ ਦੇ ਸੁਪਨੇ ਕਹਿ ਸੁਣਾਏ ਤੇ ਕਿਹਾ ਕਿ ਇਹ ਮੇਰੇ ਉੱਪਰ ਆਪ ਦੀ ਕਿਰਪਾ ਹੋਵੇਗੀ ਵਰਨਾ ਮੈਨੂੰ ਨੀਂਦਰ ਨਹੀਂ ਆ ਸਕੇਗੀ। ਇਸ ਪਰ ਆਪ ਨੇ ਪ੍ਰਸ਼ਾਦਾ ਛਕ ਲਿਆ। ਹਜੂਰ ਸਾਹਿਬ ਆਉਂਦਿਆਂ ਇੱਕ ਪ੍ਰੇਮੀ ਨੇ ਕੁਝ ਰੁਪਏ ਕੱਪੜੇ ਵਿੱਚ ਬੰਨ੍ਹ ਕੇ ਖਰਚ ਲਈ ਦਿੱਤੇ ਸਨ। ਉਹ ਰੁਪਏ ਕੱਪੜੇ ਸਮੇਤ ਆਪ ਨੇ ਇੱਕ ਝਾੜੀ ਥੱਲੇ ਦੱਬ ਦਿੱਤੇ। ਬੰਦਗੀ ਕਰਦਿਆਂ ਕਦੀ ਕਦੀ ਉਹਨਾਂ ਵੱਲ ਧਿਆਨ ਚਲਾ ਜਾਂਦਾ। ਆਖਰ ਆਪ ਨੇ ਉਹ ਕੱਪੜਾ ਪੁੱਟ ਕੇ ਰੁਪਇਆਂ ਦਾ ਛੱਟਾ ਦਰਿਆ ਪਰ ਦੇ ਦਿੱਤਾ ਅਤੇ ਇਸ ਤਰ੍ਹਾਂ ਮਾਇਆ ਲਈ ਆਉਂਦਾ ਰਹਿੰਦਾ ਖਿਆਲ ਖਤਮ ਕਰ ਦਿੱਤਾ। ਨਗੀਨਾ ਘਾਟ ਤੋਂ 100 ਕੁ ਕਦਮਾਂ ਤੇ ਬੰਦਾ ਘਾਟ ਹੈ ਜਿੱਥੇ ਗੁਰੂ ਮਹਾਰਾਜ ਨੇ ਬੰਦਾ ਬਿਰਾਗੀ ਦਾ ਮਨ ਤੋੜਿਆ। ਉਸ ਨੂੰ ਸਿੰਘ ਸਜਾ ਕੇ ਨਾਮ ਗੁਰਬਖਸ਼ ਸਿੰਘ ਰੱਖਿਆ। 5 ਤੀਰ ਬਖਸ਼ ਕੇ ਪੰਜਾਬ ਵਿੱਚ ਜ਼ਾਲਮਾਂ ਦਾ ਨਾਸ਼ ਕਰਨ ਲਈ ਭੇਜਿਆ ਸੀ। ਇਸ ਘਾਟ ਪਰ ਵੀ ਕਈ ਵਾਰੀ ਆਪ ਆ ਕੇ ਵਾਹਿਗੁਰੂ ਸਿਮਰਨ ਵਿੱਚ ਮਗਨ ਹੋਏ ਰਹਿੰਦੇ। ਇੱਥੋਂ 400-500 ਕਦਮ ਤੇ ਗੌਤਮ ਘਾਟ ਹੈ। ਇੱਥੇ ਇੱਕ ਬਹੁਤ ਪੁਰਾਣਾ ਬੋਹੜ ਦਾ ਰੁੱਖ ਹੈ ਜਿਸ ਦੇ ਹੇਠ ਇੱਕ ਪੁਰਾਣੀ ਗੁਫਾ ਹੈ। ਇੱਥੇ ਵੀ ਕਦੀ ਕਦੀ ਆ ਬੈਠਦੇ। ਇੱਕ ਦਿਨ ਪ੍ਰੇਮੀ ਪ੍ਰਸ਼ਾਦਾ ਲੈ ਕੇ ਆਇਆ ਤਾਂ ਕੀ ਵੇਖਦਾ ਇੱਕ ਬਹੁਤ ਵੱਡਾ ਨਾਗ ਫਨ ਖਿਲਾਰੇ ਸੰਤ ਜੀ ਦੇ ਸਾਹਮਣੇ ਬੈਠਾ। ਪਹਿਲਾਂ ਤਾਂ ਉਹ ਡਰਿਆ ਪਰ ਜਿਉਂ ਹੀ ਉਹ ਨੇੜੇ ਗਿਆ ਸੱਪ ਚਲਾ ਗਿਆ। ਸੰਤ ਜੀ ਨੂੰ ਉਸ ਪ੍ਰੇਮੀ ਨੇ ਦੱਸਿਆ ਕਿ ਇਸ ਥਾਂ ਬਹੁਤ ਭਾਰੀ ਨਾਗ ਬੈਠਾ ਹੋਇਆ ਸੀ। ਆਪ ਨੇ ਕਿਹਾ ਭਾਈ ਪ੍ਰੇਮੀ ਦਰਸ਼ਨ ਦੇਣ ਆਇਆ ਸੀ।
ਹੀਰਾ ਘਾਟ, ਸ਼ਿਕਾਰ ਘਾਟ ਤੇ ਤਪ, ਨਗੀਨਾ ਘਾਟ, ਗੋਦਾਵਰੀ ਕੰਢੇ ਤਪ ਕਰਦਿਆਂ ਹੀਰਾ ਘਾਟ, ਮਾਤਾ ਜੀ ਦੇ ਅਸਥਾਨ ਤੇ ਸ਼ਿਕਾਰ ਘਾਟ ਦਾ ਇਤਿਹਾਸ ਤਾਂ ਆਪਨੇ ਸੁਣ ਰੱਖਿਆ ਸੀ। ਇੱਕ ਦਿਨ ਸਵੇਰੇ ਹੀ ਆਪ ਗੋਦਾਵਰੀ ਦੇ ਕੰਢੇ ਕੰਢੇ ਤੁਰਦੇ ਹੀਰਾ ਘਾਟ ਪੁੱਜ ਗਏ। ਇਹ ਨਗੀਨਾ ਘਾਟ ਤੋਂ 6 ਕੁ ਮੀਲ ਹੈ। ਇਸ ਅਸਥਾਨ ਦੀ ਸੰਖੇਪ ਸਾਖੀ ਹੈ ਕਿ ਜਦੋਂ ਗੁਰੂ ਮਹਾਰਾਜ ਜੀ ਇੱਥੇ ਵਿਰਾਜਦੇ ਹੁੰਦੇ ਸਨ, ਉਸ ਸਮੇਂ ਬਹਾਦਰ ਸ਼ਾਹ ਦਰਸ਼ਨ ਲਈ ਆਇਆ। ਉਸਨੇ ਆਪ ਦੇ ਚਰਨਾਂ ਵਿੱਚ ਇੱਕ ਵੱਡਾ ਵਡਮੁੱਲਾ ਹੀਰਾ ਮੱਥਾ ਟੇਕਿਆ। ਆਪ ਨੇ ਉਸ ਹੀਰੇ ਨੂੰ ਗੋਦਾਵਰੀ ਵਿੱਚ ਸੁੱਟ ਦਿੱਤਾ। ਬਾਦਸ਼ਾਹ ਹੈਰਾਨ ਰਹਿ ਗਿਆ। ਉਸ ਨੂੰ ਗਮਗੀਨ ਵੇਖ ਕੇ ਆਪ ਨੇ ਫਰਮਾਇਆ ਕਿ ਕੰਢੇ ਤੇ ਜਾ ਕੇ ਆਪੋ ਆਪਣਾ ਹੀਰਾ ਲੱਭ ਲਓ। ਬਾਦਸ਼ਾਹ ਨੇ ਜਾ ਕੇ ਵੇਖਿਆ ਕਿ ਹੋਰ ਅਨੇਕਾਂ ਹੀ ਉਹੋ ਜਿਹੇ ਹੀਰੇ ਉੱਥੇ ਪਏ ਸਨ। ਉਸਨੇ ਆ ਕੇ ਮੱਥਾ ਟੇਕਿਆ ਤੇ ਗੁਰੂ ਜੀ ਦੀ ਖੁਸ਼ੀ ਲਈ ਇੱਥੋਂ 2 ਮੀਲ ਮਾਤਾ ਸਾਹਿਬ ਕੌਰ ਜੀ ਕੋਈ ਸੰਗਤ ਨਾਲ ਬਿਰਾਜਦੇ ਸਨ। ਸਵੇਰੇ ਪ੍ਰਸ਼ਾਦਾ ਤਿਆਰ ਕਰਕੇ ਲਿਆ ਕੇ ਛਕਾਉਂਦੇ ਤੇ ਦਰਸ਼ਨ ਕਰੀ ਜਾਂਦੇ। ਇਹ ਸਥਾਨ ਮਾਤਾ ਜੀ ਦਾ ਸਥਾਨ ਕਰਕੇ ਪ੍ਰਸਿੱਧ ਹੈ। ਗੁਰੂ ਮਹਾਰਾਜ ਆਪ 4 ਸੇਵਕਾਂ ਸਹਿਤ ਹੀਰਾ ਘਾਟ ਹੀ ਬਿਰਾਜਦੇ, ਭਜਨ ਕਰਦੇ ਤੇ ਕੀਰਤਨ ਸੁਣਦੇ। ਸੰਤ ਜੀ ਨੇ ਦੁਪਹਿਰਾ ਹੀਰਾ ਘਾਟ ਕੱਟਿਆ। ਸੇਵਕ ਨੇ ਪ੍ਰਸ਼ਾਦਾ ਛਕਾਇਆ ਤੇ ਇਤਿਹਾਸ ਸੁਣਾਇਆ। ਰਾਤ ਨੂੰ ਆਪ ਮਾਤਾ ਜੀ ਦੇ ਸਥਾਨ ਪਰ ਪੁੱਜ ਗਏ ਤੇ ਰਾਤ ਭਰ ਮਾਤਾ ਜੀ ਦੀ ਗੋਦ ਵਿੱਚ ਗੁਜ਼ਾਰੀ। ਸਵੇਰੇ ਉੱਥੋਂ ਚੱਲ ਕੇ ਸ਼ਿਕਾਰ ਘਾਟ ਆ ਗਏ। ਗੋਦਾਵਰੀ ਦੇ ਕੰਢੇ ਬਹੁਤ ਸੁੰਦਰ ਤੇ ਚੰਗਾ ਸਥਾਨ ਹੈ। ਗੋਦਾਵਰੀ ਨੇ ਇੱਥੇ ਸੱਪ ਵਾਂਗੂ ਕਈ ਵੱਲ ਖਾਦੇ ਹੋਏ ਹਨ। ਇੱਥੇ ਹੀ ਇੱਕ ਮੰਦਰ ਮਾਤਾ ਅੰਜਨੀ ਦੇ ਨਾਮ ਦਾ ਹੈ। ਇੱਥੇ ਹਨੂਮਾਨ ਜੀ ਦੀ ਮਾਤਾ ਅੰਜਨੀ ਆਪਣੇ ਪਿਤਾ ਗੌਤਮ ਦੇ ਸ਼ਰਾਪ ਤੋਂ ਡਰ ਕੇ ਆ ਲੁਕੀ ਸੀ। ਇੱਥੇ ਹੀ ਉਸ ਦੀ ਕੁੱਖੋਂ ਪਵਨ ਪੁੱਤਰ ਹਨੂਮਾਨ ਦਾ ਜਨਮ ਹੋਇਆ ਸੀ। ਉੱਪਰ ਹੀ ਇੱਕ ਟਿੱਲਾ ਹੈ ਜਿੱਥੇ ਇੱਕ ਛੋਟਾ ਜਿਹਾ ਸਰੋਵਰ ਹੈ ਜਿਸ ਦਾ ਪਾਣੀ ਬਹੁਤ ਚੰਗਾ ਹੈ, ਨਾਲੇ ਹਰ ਮੌਸਮ ਵਿੱਚ ਰਹਿੰਦਾ ਹੈ। ਹਵਾ ਹਰ ਸਮੇਂ ਹੀ ਵਗਦੀ ਰਹਿੰਦੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁੱਲੇ ਖੱਤਰੀ ਦਾ ਤੀਰ ਮਾਰ ਕੇ ਉਧਾਰ ਕੀਤਾ ਸੀ, ਜੋ ਹੁਣ ਸਹੇ ਦੀ ਜੂਠ ਵਿੱਚ ਸੀ, ਤੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਪੂਰਾ ਹੋਇਆ ਸੀ, ਜੋ ਉਹਨਾਂ ਨੇ ਮੂਲੇ ਖੱਤਰੀ ਦੇ ਸੱਪ ਲੜ ਜਾਣ ਕਾਰਨ ਮਰਨ ਕਿਨਾਰੇ ਹੋਣ ਪਰ ਕਿਹਾ ਸੀ ਕਿ ਇਸ ਦਾ ਉਧਾਰ 10ਵੇਂ ਜਾਮੇ ਵਿੱਚ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਸਿੰਘਾਂ ਨੂੰ ਕਿਹਾ ਸੀ ਕਿ ਵੇਖੋ ਕਿਹੋ ਜਿਹਾ ਸੁੰਦਰ ਸਥਾਨ ਹੈ, ਇੱਥੇ ਆਨੰਦਪੁਰ ਵਰਗੀ ਹਵਾ ਵਗਦੀ ਹੈ, ਸੋ ਇੱਥੇ ਹੀ ਵਸ ਜਾਵੋ। ਸਿੰਘਾਂ ਨੇ ਬਚਨ ਮੋੜਿਆ ਕਿ ਮਹਾਰਾਜ ਪੰਜਾਬ ਘਰਾਂ ਨੂੰ ਜਾਣ ਲਈ ਚਿੱਤ ਕਰਦਾ ਹੈ, ਬਾਲ ਬੱਚੇ ਯਾਦ ਆਉਂਦੇ ਹਨ, ਤਾਂ ਆਪ ਨੇ ਫਰਮਾਇਆ ਕਿ ਇੱਥੇ ਹੀ ਘਰ ਬਣਾ ਲਵੋ। ਅੱਛਾ, ਜੇ ਹੁਣ ਬਚਨ ਨਹੀਂ ਮੰਨਦੇ ਤਾਂ ਜਾਓ, ਜੁੱਠੀਆਂ ਪੱਤਲਾਂ ਚੱਟੋਗੇ, ਫਿਰ ਕਦੀ ਆ ਕੇ ਬਸੋਗੇ। ਸੇਵਕ ਨੇ ਆਪ ਜੀ ਨੂੰ ਜਵਾਰ ਦੇ ਪ੍ਰਸ਼ਾਦੇ ਸਾਗ ਨਾਲ ਛਕਾਏ ਤੇ ਇਤਿਹਾਸ ਸੁਣਾਇਆ। ਸ਼ਿਕਾਰ ਘਾਟ ਦੀ ਹਵਾ, ਸੁੰਦਰ ਜਲ ਦਾ ਕੁੰਡ ਤੇ ਇੱਥੋਂ ਦੀ ਸੇਵਕ ਦੇ ਗਰੀਬ ਸੁਭਾਅ ਨੇ ਸੰਤ ਜੀ ਨੂੰ ਪ੍ਰੇਰ ਲਿਆ। ਆਪ ਇੱਥੇ ਹੀ ਟਿਕ ਪਏ ਤੇ 3 ਮਹੀਨੇ ਰਹੇ। ਕਦੀ ਕਦੀ ਅੱਗੇ ਜੰਗਲ ਵਿੱਚ ਜਾ ਕੇ ਭਜਨ ਆਦਿ ਕਰਦੇ ਰਹਿੰਦੇ। ਪੁਜਾਰੀ ਨੈਣਾ ਸਿੰਘ ਜੀ ਨੇ ਭਾਈ ਹਜੂਰਾ ਸਿੰਘ ਜੀ ਗ੍ਰੰਥੀ ਦੇ ਹੱਥ ਕਛਹਿਰੇ ਤੇ ਇੱਕ ਪਰਨਾ ਭੇਜਿਆ। ਆਪ ਨੇ ਕਛਹਿਰਾ ਤੇ ਪਰਨਾ ਰੱਖ ਲਿਆ ਤੇ ਮਸਤਾਨਾ ਹੋ ਚੁੱਕਿਆ ਕਛਹਿਰਾ ਗੋਦਾਵਰੀ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇੱਕ ਦਿਨ ਆਪ ਆਪਣੀ ਮੌਜ ਵਿੱਚ ਸਵੇਰੇ ਹੀ ਟੁਰ ਕੇ ਮਾਤਾ ਜੀ ਅਸਥਾਨ ਤੇ ਹੀਰਾ ਘਾਟ ਮੱਥਾ ਟੇਕਦੇ ਵਾਪਸ ਸੱਚਖੰਡ ਦਰਬਾਰ ਆ ਗਏ। ਪੁਜਾਰੀ ਘਾਟ ਬੁੰਗੇ ਵਿੱਚ ਫੇਰ ਡੇਰਾ ਕੀਤਾ। ਆਪ ਨੇ 25,000 ਪਾਠ ਸ਼੍ਰੀ ਜਪਜੀ ਸਾਹਿਬ ਦੇ ਸ਼ਿਕਾਰ ਘਾਟ ਤੇ 1 ਲੱਖ ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਨਗੀਨਾ ਘਾਟ ਕੀਤੇ ਸਨ। ਆਪ ਜੀ ਨੇ ਮਸਤਾਨੀ ਦਸ਼ਾ ਵਿੱਚ ਜੇ ਹਰ ਸਮੇਂ 8 ਪਹਿਰ ਨਾਮ ਸਿਮਰਨ ਵਿੱਚ ਮਗਨ ਰਹਿਣ ਕਰਕੇ ਹੋ ਗਏ ਸੀ। ਗੋਦਾਵਰੀ ਵਿੱਚ ਛਾਲ ਕੱਢ ਮਾਰੀ ਕੇ ਸਰੀਰ ਨੂੰ ਕੀ ਰੱਖਣਾ ਹੈ। ਇੱਥੇ ਗੁਰੂ ਚਰਨਾਂ ਵਿੱਚ ਹੀ ਲੈ ਕਰ ਦਿੱਤਾ ਜਾਏ ਤਾਂ ਕਿਸੇ ਸ਼ਕਤੀ ਨੇ ਆਪ ਨੂੰ ਕੰਢੇ ਤੇ ਸੁੱਟ ਦਿੱਤਾ। ਹੁਕਮ ਹੋਇਆ, ਸਾਵਧਾਨ ਹੋ, ਤੂੰ ਤੇ ਪੰਜਾਬ ਦੇ ਸਾਰੇ ਦੇਸ਼ ਵਿੱਚ ਸਤਨਾਮ ਦਾ ਚੱਕਰ ਚਲਾਉਣਾ ਤੇ ਅੰਮ੍ਰਿਤ ਪ੍ਰਚਾਰ ਕਰਨਾ ਹੈ। ਆਪ ਜੀ ਨੂੰ ਸ਼੍ਰੀ ਹਜੂਰ ਸਾਹਿਬ 2 ਸਾਲ ਹੋ ਗਏ ਸਨ। ਇੱਕ ਦਿਨ ਆਪ ਥੋੜੀਆਂ ਦਾਤਨਾਂ ਲੈ ਕੇ ਦਰਬਾਰ ਸਾਹਿਬ ਹਾਜ਼ਰ ਹੋਏ ਤੇ ਪੰਜਾਬ ਵਾਪਸ ਜਾਣ ਦਾ ਅਰਦਾਸਾ ਸੋਧ ਦਿੱਤਾ। ਪੁਜਾਰੀ ਸਿੰਘ ਜੀ ਬਸਤਰ ਆਦਿਕ ਦੇ ਰਹੇ ਸਨ ਪਰ ਆਪ ਨੇ ਨਹੀਂ ਲਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇੰਨੀ ਘੋਰ ਤਪੱਸਿਆ ਕੀਤੀ, ਵਾਹਿਗੁਰੂ ਦਾ ਨਾਮ ਜਪਿਆ। ਧੰਨ ਧੰਨ ਸੰਤਾਂ ਦੀ, ਧੰਨ ਧੰਨ ਸੰਤਾਂ ਦੀ।